ਹੁਣ ਵਿਦੇਸ਼ ਜਾਣ ਦਾ ਸੁਪਨਾ ਹੋਏਗਾ ਸੱਚ। ਫਾਈਲ ਲਗਾਉਣ ਤੋਂ ਲੈ ਕੇ ਵੀਜ਼ਾ ਲਗਵਾਉਣ ਤੱਕ ਦੀ ਪ੍ਰੋਪਰ ਗਾਈਡੈਂਸ। ਸਰਟੀਫਾਈਡ ਤੇ ਰਜਿਸਟਰਡ ਇਮੀਗ੍ਰੇਸ਼ਨ ਐਕਸਪਰਟਸ ਕਰਨਗੇ ਤੁਹਾਡੀ ਮਦਦ। ਬਸ ਘਰ ਬੈਠ ਕੇ ਇੱਕ ਫੋਨ ਕਾਲ ਤੇ ਪਾਓ ਪੂਰੀ ਗਾਈਡੈਂਸ। ਅਸੀਂ ਸ਼ੁਰੂ ਕਰ ਰਹੇ ਹਾਂ ਤੁਹਾਡੇ ਲਈ ਵੀਜ਼ਾ ਹੈਲਪਲਾਈਨ। 11 ਦਸੰਬਰ ਤੋਂ ਦੇਖਣਾ ਨਾ ਭੁੱਲਣਾ ਵੀਜ਼ਾ ਹੈਲਪਲਾਈਨ ਹਰ ਰੋਜ਼ ਸਵੇਰੇ 9:30 ਵਜੇ ਤੇ ਸ਼ਾਮ 4 ਵਜੇ ਸਿਰਫ ਚੈਨਲ ਭਾਗਯ ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗਾਇਨ ਤੇ ਤੁਸੀਂ ਵੇਖ ਰਹੇ ਹੋ ਵੀਜ਼ਾ ਐਕਸਪਰਟ। ਤੇ ਬਹੁਤ ਸਾਰੇ ਬੱਚੇ ਜਿਹੜੇ ਕਿ ਹੁਣ 12th ਦੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਕੁਝ ਗਾਈਡਲਾਈਨਸ ਆਉਣ ਕਿ ਉਹਨਾਂ ਦੀ ਕਿੰਨੀ ਪਰਸੈਂਟੇਜ ਹੈ। ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਸਵਾਲ ਹੈ ਕਿ ਕੀ ਹੁਣ ਸਾਨੂੰ ਆਇਲਸ ਕਰਨੀ ਚਾਹੀਦੀ ਜਾਂ ਫਿਰ ਅਸੀਂ ਰਿਜ਼ਲਟ ਦਾ ਵੇਟ ਕਰ ਹੀ ਲਈਏ। ਜੇ ਬੈਂਡ ਸਾਡੇ ਘੱਟ ਰਹਿੰਦੇ ਨੇ ਆਇਲਸ ਦੇ ਵਿੱਚ ਤੇ ਸਾਡੇ ਲਈ ਕਿਹੜੇ ਕਾਲਜਿਸ ਰਹਿਣਗੇ ਵਿਦਆਊਟ ਆਇਲਸ? ਕੀ ਅਸੀਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਜਾ ਸਕਦੇ ਹਾਂ? ਬੱਚੇ ਕਿਹੜੀ ਗਲਤੀ ਕਰਦੇ ਨੇ ਕਾਲਜ ਆਪਟ ਕਰਨ ਲਈ, ਜਾਂ ਫਿਰ ਉਹ ਡਿਗਰੀ ਜਾਂ ਡਿਪਲੋਮੇ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਕਿਹੜਾ ਲਈਏ, ਕਿਹੜਾ ਕੋਰਸ ਕਰੀਏ। ਸੋ ਇਹ ਸਾਰੀ ਜਾਣਕਾਰੀ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਨ ਲਈ ਸਾਡੇ ਨਾਲ ਹੈਗੇ ਨੇ ਜੀ ਅੱਜ ਡਿੰਪਲ ਵਰਮਾ, ਜਿਹੜੇ ਕਿ ਸਪੇਅਰਹੈਡ ਇੰਟਰਨੈਸ਼ਨਲ 3B2 ਮੋਹਾਲੀ ਤੋਂ ਹੈ, ਤੇ ਉਹ ਸਾਨੂੰ ਪ੍ਰੋਪਰ ਗਾਈਡੈਂਸ ਦੇਣਗੇ, ਬੱਚਿਆਂ ਨੂੰ ਗਾਈਡ ਕਰਨਗੇ ਕਿ ਕਿਵੇਂ ਉਹ ਕੈਨੇਡਾ ਸਟੱਡੀ ਵੀਜ਼ੇ ਦੇ ਉੱਪਰ PR ਦੇ ਬੇਸ ਦੇ ਉੱਪਰ ਵੀ ਜਾ ਸਕਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਡਿੰਪਲ ਜੀ, ਜਿਵੇਂ ਕਿ 12th ਦਾ ਜੇ ਗਾਈਡਲਾਈਨਸ ਆਈਆਂ ਨੇ ਕਿ ਬੱਚਿਆਂ ਦੇ ਐਗਜ਼ਾਮਸ ਨਹੀਂ ਹੋਣਗੇ ਬਟ ਉਹਨਾਂ ਦਾ ਰਿਜ਼ਲਟ ਆਏਗਾ, ਸੋ ਉਹ ਬੱਚੇ ਹੁਣ ਕੀ ਆਇਲਸ ਦੀ ਤਿਆਰੀ ਸ਼ੁਰੂ ਕਰ ਦੇਣ ਜਾਂ ਫਿਰ ਰਿਜ਼ਲਟ ਦਾ ਵੇਟ ਕਰਨ? ਤੁਸੀਂ ਉਹਨਾਂ ਨੂੰ ਕਿੱਦਾਂ ਗਾਈਡ ਕਰਦੇ ਹੋ? ਦੇਖੋ ਜੀ, ਆਪਾਂ ਗੱਲ ਕਰੀਏ +2 ਦੇ ਰਿਜ਼ਲਟਸ ਦੀ, ਤਾਂ ਬੱਚਿਆਂ ਨੂੰ ਇਸ ਵਕਤ +2 ਦੇ ਰਿਜ਼ਲਟਸ ਦਾ ਵੇਟ ਨਹੀਂ ਕਰਨਾ ਚਾਹੀਦਾ। ਆਇਲਸ ਦਾ ਅਗਰ ਉਹ ਆਇਲਸ ਦੀ ਐਡਮਿਸ਼ਨ ਹੁਣ ਕਰਨਗੇ, ਪ੍ਰੈਪਰੇਸ਼ਨ ਕਰਨਗੇ, ਠੀਕ ਹੈ, ਤਿਆਰੀ ਕਰਨ ਨੂੰ ਵੀ 1.5-2 ਮਹੀਨਾ ਲੱਗ ਜਾਂਦਾ ਆ। ਉਸ ਤੋਂ ਬਾਅਦ 13-14 ਦਿਨਾਂ ਬਾਅਦ ਰਿਜ਼ਲਟ ਆਉਂਦਾ ਆ, ਠੀਕ ਹੈ, ਤਾਂ ਉਹ 2.5 ਮਹੀਨੇ ਤੁਹਾਡੇ ਵੇਸਟ ਨੇ। ਤੁਸੀਂ ਉਹਨਾਂ ਤੇ ਇਨਵੈਸਟ ਕਰ ਸਕਦੇ ਹੋ, 2.5 ਮਹੀਨੇ ਆਇਲਸ ਲਈ ਲਗਾਉਣੇ ਹੀ ਪੈਣਗੇ ਆਪਾਂ ਨੂੰ, ਪਰ ਬੈਟਰ ਹੈ ਪੈਲਰਲੀ ਆਪਾਂ ਇਨਟੇਕ ਜਿਹੜਾ ਵੀ ਚਾਹੁੰਦੇ ਆ, ਸੈਪਟੈਂਬਰ ਇਨਟੇਕ ਚਾਹੁੰਦੇ ਆ ਜਾਂ ਫਿਰ ਜਨਵਰੀ ਇਨਟੇਕ ਚਾਹੁੰਦੇ ਆ, ਆਪਾਂ ਉਹਦੇ ਲਈ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਈਏ, ਠੀਕ ਹੈ, ਕਿਉਂਕਿ ਕਾਲਜਿਸ ਨੇ ਜਿਹੜੇ ਕੈਨੇਡਾ ਦੇ ਵਿੱਚ, ਯੂਨੀਵਰਸਿਟੀਜ਼ ਨੇ, ਉਹ ਸਾਰਿਆਂ ਨੇ ਫਲੈਕਸੀਬਿਲਿਟੀ ਦਿੱਤੀ ਹੋਈ ਆ ਸਟੂਡੈਂਟਸ ਨੂੰ ਕਿ ਉਹ ਅੱਜ ਵੀ ਬਿਨਾਂ ਆਇਲਸ ਦੇ, ਬਿਨਾਂ ਆਪਣੇ +2 ਦੇ ਰਿਜ਼ਲਟ ਦੇ ਐਡਮਿਸ਼ਨ ਲੈ ਸਕਦੇ ਨੇ। ਸੋ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਸਟੂਡੈਂਟ ਸ਼ੁਡਨਟ ਵੇਟ ਫॉर देयर आइल्स रिजल्ट, नाइदर शुड दे वेट फॉर देयर +2 रिजल्ट। वो अज भी अपना जो डिजायर्ड कॉलेज है, जो डिजायर्ड कोर्सेज है जोड़े तुसी चाहते हो, वो तुसी अज ही अपलाई करो, वो डिले ना करो, क्योंकि प्रॉब्लम ये आएगी जब तक थोड़ा आइल्स स्कोर रेडी होएगा या फिर +2 थोड़ी होएगी तद तक ਜਿਹੜੀ ਤੁਹਾਡੀ ਡਿਜ਼ਾਇਰਡ ਲੋਕੇਸ਼ਨ ਹੈ, ਜਿੱਥੇ ਤੁਸੀਂ ਚਾਹੁੰਦੇ ਹੋ ਕਿ ਮੇਰਾ ਐਡਮਿਸ਼ਨ ਹੋਵੇ, ਜਿਹੜੇ ਟੌਪ ਕਾਲਜ 'ਚ ਐਡਮਿਸ਼ਨ ਹੋਵੇ, ਉਹ ਤੁਹਾਡੇ ਹੱਥੋਂ ਨਿਕਲ ਜਾਏਗਾ। ਸੋ ਸਮਝਦਾਰੀ ਇਸੇ ਵਿੱਚ ਹੈ ਕਿ ਆਪਾਂ ਅੱਜ ਹੀ ਆਪਣਾ ਕੋਰਸਿਸ ਜਿਹੜੇ ਹੈਗੇ ਨੇ ਉਹਦੇ ਲਈ ਅਪਲਾਈ ਕਰੀਏ, ਕੰਸਲਟੈਂਟਸ ਤੋਂ ਗਾਈਡੈਂਸ ਲਈਏ ਕਿ ਕਿਹੜੇ ਕੋਰਸ ਮੇਰੇ ਪ੍ਰੋਫਾਈਲ ਨਾਲ ਮੈਚ ਕਰਦੇ ਨੇ, ਤੇ ਆਪਾਂ ਉਹਦੇ ਹਿਸਾਬ ਨਾਲ ਅੱਗੇ ਪ੍ਰੋਸੀਡ ਕਰੀਏ। ਬਿਲਕੁਲ ਜੀ, ਤੁਸੀਂ ਵੀ ਕੋਈ ਤੁਹਾਡਾ ਸਵਾਲ ਹੈ, ਕੋਈ ਕੁਐਰੀ ਹੈਗੀ ਹੈ, ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ, ਤੁਸੀਂ 3B2 ਮੋਹਾਲੀ ਇਹਨਾਂ ਦੇ ਆਫਿਸ ਆ ਕੇ ਵੀ ਮੁਲਾਕਾਤ ਕਰ ਸਕਦੇ ਹੋ ਜਾਂ ਫਿਰ ਟੈਲੀਫੋਨਿਕ ਕੰਸਲਟੈਂਸੀ ਵੀ ਲੈ ਸਕਦੇ ਹੋ, ਔਰ ਤੁਹਾਡੇ ਜਿਹੜੇ ਵੀ ਡਾਊਟਸ ਹੋਣ ਤੁਸੀਂ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ। ਬਹੁਤ ਵਾਰ ਇੱਦਾਂ ਹੁੰਦਾ ਡਿੰਪਲ ਜੀ ਕਿ ਬੱਚੇ ਕਹਿੰਦੇ ਨੇ ਕਿ ਪੈਕੇਜ ਸਿਸਟਮ ਜਿਹੜਾ ਸਾਡੇ ਲਈ ਕਨਵੀਨੀਅੰਟ, ਅਸੀਂ ਪੈਕੇਜ ਸਿਸਟਮ 'ਤੇ ਜਾਣਾ ਚਾਹੁੰਦੇ ਹਾਂ, ਜਾਂ ਕਈ ਵਾਰੀ ਕਹਿ ਦਿੰਦੇ ਕਿ ਮੈਮ ਮੇਰੇ ਆਇਲਸ ਦੇ ਬੈਂਡ ਨਹੀਂ ਆ ਰਹੇ, ਮੈਂ ਬਹੁਤ ਚਿਰਾਂ ਤੋਂ ਟਰਾਈ ਕਰ ਰਿਹਾ ਅਤੇ ਮੈਂ ਚਾਹੁੰਦਾ ਕਿ ਮੈਂ ਵਿਦਆਊਟ ਆਇਲਸ ਚੱਲ ਜਾ। ਬਟ ਇਸ ਦੌਰਾਨ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਗਲਤੀਆਂ ਕਰ ਦਿੰਦੇ ਨੇ ਜਦੋਂ ਐਡਮਿਸ਼ਨ ਲੈਣੀ ਹੋਏ ਕਿਸੇ ਕਾਲਜ ਦੇ ਵਿੱਚ। ਅਤੇ ਬੱਚੇ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ? ਐਟ ਲਾਸਟ ਜਿਹੜੀ ਹੈਗੀ ਕਿ ਉਹਨਾਂ ਦੇ ਕਾਲਜ ਚੰਗਾ ਹੋਏਗਾ ਤਾਂ ਹੀ ਉਹਨਾਂ ਦਾ ਫਿਊਚਰ ਜਿਹੜਾ ਉੱਥੇ ਸਿਕਿਉਰ ਹੋ ਜਾਏਗਾ। ਦੇਖੋ, ਜਦ ਆਪਾਂ ਨੇ ਐਡਮਿਸ਼ਨ ਲੈਣੀ ਹੈ ਤਾਂ ਪੈਕੇਜ ਸਿਸਟਮ ਵਿੱਚ ਜਾਣਾ ਚੰਗੀ ਆਪਸ਼ਨ ਨਹੀਂ ਹੈਗੀ, क्योंकि कैनेडियन गवर्नमेंट की क्या रिक्वायरमेंट है, जो साड़ी इत्थों की एम्बैसी बोलती है, वो की रिक्वायरमेंट है कि 1 साल की ट्यूशन फीस बच्चे की भरी हो, ठीक है, GIC भरिया हो बच्चे का। बट मोस्टली इदा ही होंदा है कि पैकेज सिस्टम से जोड़े बच्चे जाते हैं उन्होंने डॉक्यूमेंटेशन जी होंगी है, डेटा जो है वो मैनिपुलेट किया जाता है, ठीक है। कंसलटेंट्स जोड़े है ने पैकेज सिस्टम करते हैं, वो थोड़ी ट्यूशन फीस नहीं पे करते है, फंड शो कर देंगे ने, तो जब आप फंड शो करते हैं एम्बैसी नूं, आप सॉलिड प्रूफ नहीं देंगे कि लिटरली मेरे को फंड्स है ने इन्ने तो मैं अफोर्ड कर सकता है कैनेडा की एजुकेशन, तो वो रिजैक्शन के चांसिस थोड़े बहुत ज़्यादा हाई हो जाते हैं। सो रैदर दैन गोइंग फॉर पैकेज तुसी अच्छा कॉलेज चूज करो जिहदी वधिया रैंकिंग होवे, तो उस कॉलेज विच अच्छी स्टडी नूं टारगेट करो, अच्छे कोर्सेज नूं टारगेट करो जिहदे विच उस कोर्स की रैलेवेंसी थोड़ी स्टडी ना होनी चाहिए है, ठीक है। ये नहीं हैगा कि तुसी BSc कर ली है, ठीक है, नर्सिंग कर ली है, तो तुसी हुण अर्ली चाइल्डहुड के कोर्स विच जाना है,
ਰੈਲੇਵੈਂਸੀ ਨਹੀਂ ਬਣੇਗੀ, ਠੀਕ ਹੈ, ਉਹਦੇ ਵਿੱਚ ਰਿਜੈਕਸ਼ਨ ਹੀ ਆਏਗੀ ਤੁਹਾਡੀ। ਜੀ ਡਿੰਪਲ ਜੀ, ਬਹੁਤ ਸਾਰੀਆਂ ਐਸੀ ਕੰਟਰੀਜ਼ ਨੇ, ਜੇ ਯੂਕੇ ਦੀ ਗੱਲ ਕਰੀਏ ਤੇ ਉਹ ਹੁਣ ਉਹਨਾਂ ਨੇ ਕੀ ਕੀਤਾ ਹੈ, ਸਟੂਡੈਂਟਸ ਦੀ ਇੰਟਰਵਿਊ ਲੈਣੀ ਸ਼ੁਰੂ ਕਰਤੀ ਹੈ। ਜਿਹੜਾ ਸਟੂਡੈਂਟ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ ਉਹੀ ਯੂਕੇ ਜਾਣ ਲਈ ਸਟੱਡੀ ਵੀਜ਼ੇ ਤੇ ਐਲੀਜੀਬਲ ਹੈ। ਬਟ ਕੈਨੇਡਾ ਨੇ ਹਜੇ ਇੱਦਾਂ ਕੁਝ ਨਹੀਂ ਕੀਤਾ। ਕੈਨੇਡਾ ਦੇ ਜੇ ਵਿੱਚ ਜੇ ਬੱਚੇ ਨੇ ਜਾਣਾ ਤੇ ਸਾਰਾ ਦਾ ਸਾਰਾ ਜਿਹੜਾ ਉਹਦੀ ਜ਼ਿੰਮੇਵਾਰੀ ਹੈ ਉਹ ਇੱਕ ਕੰਸਲਟੈਂਟ ਦੇ ਹੱਥ ਵਿੱਚ ਹੁੰਦੀ ਹੈ ਕਿ ਉਹ ਕਿੱਦਾਂ ਇੱਕ ਬੱਚੇ ਨੂੰ ਰਿਪਰੈਜ਼ੈਂਟ ਕਰ ਰਿਹਾ ਐਮਬੈਸੀ ਵੱਲ ਨੂੰ। ਸੋ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋ ਕਿ ਕਿਉਂ ਉਸ ਟਾਈਮ ਦੇ ਉੱਪਰ ਬੱਚੇ ਦਾ ਕਰੀਅਰ ਤੁਹਾਡੇ ਸਾਰੇ ਦੇ ਹੱਥ ਵਿੱਚ ਹੁੰਦਾ? फाइलिंग बहुत इंपॉर्टेंट रोल प्ले करती है जी, एंड बहुत सारे कंसल्टेंट्स स्टेटमेंट ऑफ पर्पस जिन्होंने SOP कहने ਆਪਾਂ ਉਹਦੀ ਇੰਪੋਰਟੈਂਸ ਨੂੰ ਨਿਗਲੈਕਟ ਕਰ ਦਿੰਦੇ ਨੇ, ਠੀਕ ਹੈ। ਅਗਰ ਬੱਚੇ ਦੇ 1 ਵਿੱਚ 5.5 ਨੇ ਜਾਂ 2 ਵਿੱਚ 5.5 ਨੇ ਪਰ ਵਧੀਆ ਸਟੇਟਮੈਂਟ ਆਫ ਪਰਪਸ ਲਿਖਿਆ ਹੈ ਆਪਾਂ ਨੇ ਤਾਂ ਵੀਜ਼ਾ ਆ ਜਾਂਦਾ ਹੈ ਆਰਾਮ ਨਾਲ। ਬਟ ਅਗਰ ਬੱਚੇ ਦਾ ਪ੍ਰੋਫਾਈਲ ਅੱਛਾ ਆ, 7 ਬੈਂਡ ਨੇ, ਵਧੀਆ ਕਾਲਜ ਚੂਜ਼ ਕਰ ਰਿਹਾ ਆ ਬਟ SOP ਵੀਕ ਹੋ ਗਿਆ ਤਾਂ ਵੀਜ਼ਾ ਦੇ ਰਿਜੈਕਸ਼ਨ ਦੇ ਚਾਂਸਸ ਵੱਧ ਜਾਣਗੇ, ਕਿਉਂਕਿ ਆਪਾਂ ਵੀਜ਼ਾ ਆਫਿਸਰ ਨੂੰ ਕਨਵਿੰਸ ਹੀ ਨਹੀਂ ਕਰ ਸਕੇ ਕਿ ਮੈਂ ਵਾਪਸ ਇੰਡੀਆ ਆਊਂਗਾ। ਐਂਡ ਵੀਜ਼ਾ ਆਫਿਸਰ ਇਹੀ ਮੰਗਦਾ ਆ ਕਿ ਬੱਚਾ ਮੈਨੂੰ ਕਨਵਿੰਸ ਕਰੇ ਕਿ ਕੱਲ ਨੂੰ ਸਟੱਡੀ ਕਰਕੇ ਕੈਨੇਡਾ ਦੀ ਅਸੀਂ ਵਾਪਸ ਆਣਾ ਆ, ਠੀਕ ਹੈ। ਸੋ ਇਸ ਲਈ ਸਟੇਟਮੈਂਟ ਆਫ ਪਰਪਸ ਦਾ ਬਹੁਤ ਹਾਈ ਰੋਲ ਰਹਿੰਦਾ ਆ, ਕੋਰਸ ਰੈਲੇਵੈਂਸੀ ਦਾ ਬਹੁਤ ਅੱਛਾ ਰੋਲ ਰਹਿੰਦਾ ਆ, ਹਾਈ ਰੋਲ ਹੈ। ਐਂਡ ਕਿਹੜੇ ਕਾਲਜ ਵਿੱਚ ਜਾ ਰਹੇ ਹੋ ਉਹਦੀ ਕੀ ਰੈਂਕਿੰਗ ਹੈ, ਪਬਲਿਕ ਕਾਲਜ ਹੈ ਜਾਂ ਪ੍ਰਾਈਵੇਟ ਕਾਲਜ ਹੈ। ਪ੍ਰਾਈਵੇਟ ਕਾਲਜਸ ਦੀ ਅੱਛੀ ਰੈਂਕਿੰਗ ਨਹੀਂ ਹੈਗੀ। ਪ੍ਰਾਈਵੇਟ ਕਾਲਜਸ ਵਿੱਚ ਜਾਣ ਵਾਲੇ ਜਿਹੜੇ ਬੱਚੇ ਸੀਗੇ ਮੌਂਟਰੀਅਲ ਜਿਨ੍ਹਾਂ ਨੇ ਅਪਲਾਈ ਕੀਤਾ ਉਹ 1.5 ਸਾਲਾਂ ਤੋਂ ਆਪਣੇ ਵੀਜ਼ਾ ਸਟੇਟਸ ਦਾ ਵੇਟ ਕਰ ਰਹੇ ਨੇ, ਠੀਕ ਹੈ। ਉਹਨਾਂ ਨੂੰ 1.5 ਸਾਲ ਤੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਐਮਬੈਸੀ ਤੋਂ। ਸੋ ਰਾਦਰ ਦੈਨ ਦੈਟ ਅਗਰ ਤੁਹਾਡੇ ਪੂਅਰ ਬੈਂਡ ਸਕੋਰ ਵੀ ਹੈ, ਪ੍ਰੋਫਾਈਲ ਇੰਨਾ ਅੱਛਾ ਨਹੀਂ ਹੈਗਾ, ਵੀਕ ਪ੍ਰੋਫਾਈਲ ਹੈ, ਸਟਿਲ ਤੁਸੀਂ ਪਬਲਿਕ ਕਾਲਜ ਨੂੰ ਹੀ ਚੂਜ਼ ਕਰੋ। ਗਵਰਨਮੈਂਟ ਕਾਲਜ ਵਿੱਚ ਜਾਣ ਦੇ ਤੁਹਾਨੂੰ ਬੈਨੀਫਿਟ ਹੀ ਮਿਲਣਗੇ, PR ਵਿੱਚ ਬੈਨੀਫਿਟ ਮਿਲੂਗਾ, ਠੀਕ ਹੈ। ਉੱਥੋਂ ਦੀ ਜੌਬ ਲੈਣੀ ਹੈ ਤੁਸੀਂ, ਪਲੇਸਮੈਂਟ ਲੈਣੀ ਆ, ਉਹਦੇ ਲਈ ਤੁਹਾਨੂੰ ਹੈਲਪ ਕਰੂਗਾ ਪਬਲਿਕ ਕਾਲਜ ਦੀ ਸਟੱਡੀਜ਼ ਤੁਹਾਡੀ, ਠੀਕ ਹੈ। ਤੇ ਵੀਕ ਪ੍ਰੋਫਾਈਲ ਹੈ, 5.5 ਬੈਂਡ ਨੇ 1 ਵਿੱਚ ਜਾਂ 2 ਵਿੱਚ, ਤਾਂ ਤੁਸੀਂ ਟੋਰਾਂਟੋ ਵੈਂਕੂਵਰ ਟਾਰਗੇਟ ਨਹੀਂ ਕਰ ਸਕਦੇ ਕਿਉਂਕਿ ਸਾਡੇ ਵਿੱਚ ਕਮੀ ਹੈ ਕਿ ਸਾਡੇ ਬੈਂਡਸ ਨਹੀਂ ਪੂਰੇ ਆ ਰਹੇ, ਕਿਉਂਕਿ ਕਾਲਜ ਦੀ ਰਿਕੁਆਇਰਮੈਂਟ ਜੋ ਹੈਗੀ ਹੈ, ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ 6.5 ਨਾਟ ਲੈਸ ਦੈਨ 6 ਹੈ, ਠੀਕ ਹੈ। ਅਗਰ ਉਹਦੇ ਵਿੱਚ ਆਪਾਂ ਤੋਂ ਕਮੀ ਹੋਗੀ, ਆਪਣੇ ਨਹੀਂ ਬੈਂਡਸ ਆ ਪਾ ਰਹੇ, ਤਾਂ ਤੁਸੀਂ ਇਨਸਟੈਡ ਆਫ ਟਾਰਗੇਟਿੰਗ ਮੈਟਰੋ ਸਿਟੀਜ਼ ਤੁਸੀਂ ਰੀਜਨਲ ਏਰੀਆ ਟਾਰਗੇਟ ਕਰੋ। ਰੀਜਨਲ ਏਰੀਆ ਵਿੱਚ ਬਹੁਤ ਅੱਛੀਆਂ ਯੂਨੀਵਰਸਿਟੀਜ਼ ਮਿਲ ਜਾਂਦੀਆਂ ਨੇ, ਠੀਕ ਹੈ। ਪ੍ਰਿੰਸ ਐਡਵਰਡ ਆਈਲੈਂਡ ਹੋ ਗਿਆ, ਸਸਕੈਚੁਅਨ ਹੋ ਗਿਆ, ਅਲਬਰਟਾ ਸਾਈਡ ਹੋ ਗਿਆ, ਉਧਰਲੀ ਸਾਈਡ ਤੁਸੀਂ ਜਾਓ। ਇਵਨ ਓਨਟਾਰੀਓ ਦੇ ਵਿੱਚ ਵੀ ਆਪਣਾ ਥੰਡਰ ਬੇ ਹੋ ਗਿਆ, ਥੰਡਰ ਬੇ ਦੇ ਵਿੱਚ ਹੋ ਗਿਆ। ਤੇ ਮਤਲਬ ਤੁਹਾਡੇ ਅਕੋਰਡਿੰਗਲੀ ਅੱਜ ਕੱਲ੍ਹ ਦੇ ਜਿਹੜੇ ਬੱਚਿਆਂ ਦਾ ਖਾਸ ਕਰ ਮਾਂ-ਬਾਪ ਦਾ ਰੁਝਾਨ ਹੁੰਦਾ ਹੈ ਕਿ ਜੇ ਬੱਚੇ ਨੇ ਕੈਨੇਡਾ ਜਾਣਾ ਤਾਂ ਉਹਨਾਂ ਦੀ ਟੌਪ ਮੋਸਟ ਪ੍ਰਾਇੋਰਟੀ ਦੇ ਵਿੱਚ ਹੁੰਦਾ ਟੋਰਾਂਟੋ ਜਾਂ ਵੈਂਕੂਵਰ ਬੱਚਾ ਸੈੱਟ ਹੋ ਜਾਏ। ਬਟ ਤੁਸੀਂ ਕਹਿੰਦੇ ਜੇ ਬੱਚੇ ਦੇ ਬੈਂਡ ਘੱਟ ਹੈ ਤੇ ਉਹਨੂੰ ਇਸ ਰੀਜਨਸ ਨੂੰ ਛੱਡ ਕੇ ਹੋਰ ਡਿਵੈਲਪਿੰਗ ਰੀਜਨਸ ਵੱਲ ਪਾਸੇ ਜਾਣਾ ਚਾਹੀਦਾ, ਨਾ ਕਿ ਡਿਵੈਲਪਡ ਰੀਜਨ ਪਾਸੇ, ਤਾਂ ਕਿ ਉਹਨਾਂ ਦਾ ਸਕੋਪ ਜਿਹੜਾ ਉੱਥੇ ਜ਼ਿਆਦਾ ਵਧੀਆ ਰਹੂਗਾ, PR ਦੇ ਚਾਂਸਸ ਵੀ ਵੱਧ ਜਾਣਗੇ ਔਰ ਉਹਨਾਂ ਨੂੰ ਦਿੱਕਤ ਨਹੀਂ ਆਊਗੀ। ਇੱਕ ਮੇਰਾ ਹੋਰ ਸਵਾਲ ਹੈ ਕਿ ਕਈ ਵਾਰ ਬੱਚਾ ਕਹਿੰਦਾ ਹੈ ਕਿ ਮੈਨੂੰ ਸਾਲ ਹੋ ਗਏ ਟਰਾਈ ਕਰਦੇ ਬੈਂਡਸ ਲਈ ਪਰ ਮੇਰੇ 5.5 ਤੋਂ ਉੱਪਰ ਬੈਂਡ ਨਹੀਂ ਆ ਰਹੇ ਔਰ ਹੁਣ ਮੈਂ ਫੀਸ ਭਰ ਕਰਕੇ ਵੀ IELTS ਦੀ ਫੀਸ ਜਿਹੜੇ ਪੇਪਰ ਦੀ ਫੀਸ ਭਰ ਕੇ ਵੀ ਥੱਕ ਗਿਆ, ਹੁਣ ਮੈਨੂੰ ਕੋਈ ਸੋਲੂਸ਼ਨ ਦਿਓ ਕਿ 5.5 ਬੈਂਡ ਦੇ ਉੱਪਰ ਹੀ ਮੈਂ ਵਿਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਕਿੱਦਾਂ ਸਟੱਡੀ ਲਈ ਜਾਵਾਂ। ਸੋ ਉਹਨਾਂ ਸਟੂਡੈਂਟਸ ਲਈ ਕਿਹੜੇ ਕੋਰਸਿਸ ਜਿਹੜੇ ਹੈਗੇ ਤੁਸੀਂ ਰਿਕਮੈਂਡ ਕਰਦੇ ਹੋ? मैम अगेन यही डिपेंड करता है कि बच्चा जो है, ठीक है, 1 ਵਿੱਚ 5.5 आ गए, अपने 2 ਵਿੱਚ भी 5.5 आ गए, पर अपने रीजनल एरिया ही टारगेट करना है, ठीक है। सस्कैचुअन टारगेट करो, न्यू प्रिंसविक टारगेट करो, ठीक है। प्रिंस एडवर्ड आइलैंड हो गया, अल्बर्टा साइड आराम नाल एडमिशन मिल जाएगी, ठीक है। जे तुसी भजोगे कि मैं तो ब्रैम्पटन ही जाना है, मैं टोरंटो ही जाना है, मैं वैंकूवर ही जाना, मैं सरी ही जाना है, तो उत्थे दिक्कत है, ठीक है। उत्थे एडमिशनस नहीं मिलूगी क्योंकि उत्थे ऑलरेडी क्राउडेड एरिया आ ते 7-7 बैंड वाले ਜਿਹੜੇ ਬੱਚੇ ਨੇ ਉਹ ਪਹਿਲਾਂ ਹੀ ਉਹ ਟਾਰਗੇਟ ਕਰ ਰਹੇ ਨੇ ਤਾਂ ਕੰਪੀਟੀਸ਼ਨ ਵੱਧ ਜਾਂਦਾ ਆ। ਪਰ ਇਨਸਟੈਡ ਕਿਉਂਕਿ ਸਕਾਰਬਰੋ ਹੈ, ਥੰਡਰ ਬੇ ਹੈ, ਨਾਰਥ ਬੇ ਹੈ, ਉਧਰਲੀ ਸਾਈਡ ਨਹੀਂ ਜਾ ਰਿਹਾ। ਉਹ ਸਿਟੀਜ਼ ਵੀ ਜਿਹੜੀਆਂ ਹੈਗੀਆਂ ਨੇ RNIP ਪ੍ਰੋਗਰਾਮ ਦੇ ਅੰਡਰ ਆਉਂਦੀਆਂ ਨੇ। ਸੂਸ ਐਂਡ ਮਰੀ ਹੈ ਓਨਟਾਰੀਓ ਦੇ ਵਿੱਚ ਹੀ ਸਿਟੀ ਹੈ, ਠੀਕ ਹੈ। ਸੋ RNIP ਦੇ ਅੰਡਰ ਜੋ ਸਿਟੀਜ਼ ਆਉਂਦੀਆਂ ਨੇ ਉੱਥੇ PR ਦੇ ਪੁਆਇੰਟਸ ਵੀ ਥੋੜੇ ਈਜ਼ੀਲੀ ਬਣ ਜਾਂਦੇ ਨੇ। ਤੁਸੀਂ ਉੱਥੇ ਪੈਰ ਵੀ ਰੱਖਤਾ, ਡਿਪਲੋਮਾ ਕੋਰਸ ਕਰ ਰਹੇ ਹੋ ਤਾਂ ਤੁਹਾਡੀ PR ਆਰਾਮ ਨਾਲ ਹੋ ਜਾਂਦੀ ਹੈ, ਪੁਆਇੰਟਸ ਬਣਨ 'ਚ ਕੋਈ ਦਿੱਕਤ ਨਹੀਂ ਆਉਂਦੀ। ਸੋ ਇਨਸਟੈਡ ਕਿਉਂਕਿ ਬਰੈਂਪਟਨ ਵਿੱਚ ਵੀ ਤੁਸੀਂ ਚਲੇ ਗਏ ਤਾਂ 4-4 ਸਾਲ PR ਨਹੀਂ ਹੈਗੀ, ਟੋਰਾਂਟੋ ਚਲੇ ਗਏ 4-4 ਸਾਲ PR ਨਹੀਂ ਹੈਗੀ, ਤਾਂ ਬੈਟਰ ਹੈ ਕਿ ਤੁਸੀਂ ਇੱਦਾਂ ਦੇ ਰੀਜਨ ਵਿੱਚ ਜਾਓ ਕਿਉਂਕਿ ਮੇਰਾ ਪ੍ਰੋਫਾਈਲ ਵੀਕ ਹੈ ਤਾਂ ਮੈਂ ਉਧਰਲੀ ਸਾਈਡ ਸੈੱਟ ਹੋਵਾਂ, ਉਧਰਲੀ ਸਾਈਡ ਪੜ੍ਹਾਈ ਆਪਣੀ ਕਰਾਂ ਤੇ ਆਫਟਰਵਰਡਸ ਤੁਸੀਂ ਕਿਤੇ ਵੀ ਕੈਨੇਡਾ ਵਿੱਚ ਮੂਵ ਕਰ ਸਕਦੇ ਹੋ। ਤੇ ਜਿਹਦੀ ਪ੍ਰੋਫਾਈਲ ਵੀਕ ਹੈਗੀ ਹੈ ਉਹਨੂੰ ਕੋਰਸ ਸਟਰੋਂਗ ਜਿਹੜਾ ਹੈ ਉਹ ਲੈਣਾ ਚਾਹੀਦਾ ਜਾਂ ਫਿਰ ਉਹਨੂੰ ਆਪਣੇ ਬੈਂਡਸ ਦੇ ਅਕੋਰਡਿੰਗ ਹੀ, ਕਿਉਂਕਿ ਉਹਨੂੰ ਪਤਾ ਹੈ ਮਾਈਂਡ ਸੈੱਟ ਹੈ ਕਿ ਮੈਂ ਤਾਂ ਬਹੁਤ ਔਖਾ ਚੱਲਣਾ ਆ ਤੇ ਮੈਂ ਕੋਰਸ ਉੱਥੇ ਜਾ ਕੇ ਔਖਾ ਲੈ ਲਿਆ ਤੇ ਮੇਰੇ ਲਈ ਹੋਰ ਔਖਾ ਹੀ ਹੋ ਜਾਏਗੀ, ਹੈ ਨਾ, ਮੈਂ ਕਿੱਦਾਂ ਮੈਨੇਜ ਕਰਾਂਗਾ। ਸੋ ਉਹਨਾਂ ਲਈ ਕੋਰਸਿਸ ਵੀ ਸੌਖੇ ਰੱਖਣੇ ਚਾਹੀਦੇ ਉਹਨਾਂ ਨੂੰ, ਜਾਂ ਫਿਰ ਉਹ ਫਿਰ ਆਪਣੀ ਸਟੱਡੀ ਦੇ ਅਕੋਰਡਿੰਗ ਹੀ ਨੋਨ ਮੈਡ ਕੀਤਾ ਤੇ ਉਹਨੂੰ ਪੈਰਲਰ ਕਰਨ ਲਈ ਹੀ ਉਹਨੂੰ ਕੋਰਸਿਸ ਵੀ ਉੱਦਾਂ ਦਾ ਹੀ ਕੁਛ ਲੈਣਾ ਚਾਹੀਦਾ।
देखो पढ़ाई विच तुहाडे किन्नी परसेंटेज है, तुसी किन्ने पढ़ाई विच तेज़ हो, ठीक है, स्टडी किन्ने लैवल दी तुसी कर सकते हो उत्थे, उस हिसाब नाल ही कोर्स चूज़ करना चाहिदा आ। तुसी हैगे हो इत्थे इंडिया विच 50% लै रहे हो, उत्थे तुसी बहुत हाई फाई कॉलेज विच बहुत हाई फाई कोर्स चूज़ कर लिया, ऑबवियसली तुहानूं दिक्कत आएगी। सो रीजनेबल रहो, जिन्ना तुहाडा लैवल है उस अकॉर्डिंग ही कोर्स चूज़ करो। बट कॉलेज दी जो कॉलेज दी रैंकिंग है उन्नू देखो कि अगर मेरे कोल 2 कॉलेज वधिया रैंक वाले ने बट 4 ਜਿਹੜੇ ਹੈਗੇ ਨੇ ਇੰਨੇ ਅੱਛੇ ਰੈਂਕ ਵਾਲੇ ਨਹੀਂ ਹੈਗੇ, ਤਾਂ ਤੁਸੀਂ ਵਧੀਆ ਰੈਂਕ ਵਾਲੇ ਕਾਲਜ ਵਿੱਚ ਹੀ ਆਪਣੀ ਸਟੱਡੀ ਟਾਰਗੇਟ ਕਰੋ ਤੇ ਉੱਥੇ ਮਿਹਨਤ ਕਰੋ। ਠੀਕ ਹੈ, ਇਹ ਤਾਂ ਹੈ ਨਹੀਂਗਾ ਕਿ ਬਿਨਾਂ ਮਿਹਨਤ ਦੇ ਉੱਥੇ ਤੁਸੀਂ ਪਾਸ ਹੋ ਜਾਓਗੇ, ਤੁਹਾਨੂੰ ਉੱਥੇ ਪੜ੍ਹਨਾ ਤਾਂ ਪਏਗਾ ਹੀ ਪਏਗਾ। ਤੁਹਾਡਾ ਦਰਸ਼ਕੋ ਕੋਈ ਵੀ ਸਵਾਲ ਹੋਵੇ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਸੰਪਰਕ ਕਰ ਸਕਦੇ ਹੋ ਰਿੰਪਲ ਜੀ ਨਾਲ। ਇਹਨਾਂ ਦੇ ਆਫਿਸ 3B2 ਮੋਹਾਲੀ ਦੇ ਵਿੱਚ ਆ ਕੇ ਵੀ ਇਹਨਾਂ ਨਾਲ ਮੁਲਾਕਾਤ ਕਰ ਸਕਦੇ ਹੋ। ਫੋਨ ਦੇ ਉੱਪਰ ਵੀ ਟੈਲੀਫੋਨਿਕ ਕੰਸਲਟੇਂਟਸ ਦੇ ਰਾਹੀਂ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ। ਸੋ डिंपल जी, ਹੁਣ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਤੇ ਉਸ ਤੋਂ ਬਾਅਦ ਕਾਫੀ ਚਿਰ ਦਾ ਗੈਪ ਹੋ ਜਾਂਦਾ ਸਟੱਡੀ ਦੇ ਵਿੱਚ ਐਂਡ ਆਫਟਰ 5 to 6 ਇਅਰਸ ਉਹਨਾਂ ਨੂੰ ਰਿਅਲਾਈਜ਼ ਹੁੰਦਾ ਕਿ ਇੰਡੀਆ ਦੇ ਵਿੱਚ ਨਹੀਂ ਮੈਂ ਕੁਝ ਕਰ ਰਿਹਾ ਤੇ ਮੈਂ ਫੋਰਨ ਚਲਾ ਜਾਣਾ, ਉੱਥੇ ਸੈਟਲ ਹੋਣਾ। ਉਹ ਗੈਪ ਜਿਹੜਾ ਹੈਗਾ ਉਹ ਕਿੱਦਾਂ ਕਵਰ ਕੀਤਾ ਜਾ ਸਕਦਾ ਹੈ? ਕੀ ਗੈਪ ਕੈਨੇਡਾ ਐਕਸੈਪਟ ਕਰਦਾ? देखो एज सच कैनेडा का कोई रूल नहीं हैगा कि असी 2 साल का गैप एक्सैप्ट कर लाँगे, 4 साल का नहीं करना, ठीक है, या 10 साल का नहीं करना, 15 साल का नहीं करना। साडा रीसेंटली 40-year ओल्ड मैन है मिस्टर नवीन जिंदल, तो उन्होंने कैनेडा का स्टडी वीज़ा आया। ही वॉज स्ट्रगलिंग विद हिज PR तो PR जब फाइनली नहीं हो रही सी, बैंड्स नहीं आ रहे थे, सो ही स्कोर्ड 6.5, तो उन्होंने असी स्टडी वीज़ा करवाया। ठीक है, सो गैप का कोई इशू नहीं हैगा कैनेडा नू, बट देयर शुड बी अ सर्टन पर्पस कि इस एज ते इस पॉइंट ऑफ टाइम ते मैं क्यों स्टडी करनी है। ठीक है, सो प्रोफैशनल गैप इनू मन्निया जाता है। ठीक है, प्रोफैशनल गैप विच कोई प्रॉब्लम नहीं हैगी। ठीक है, पर तुसी एम्बैसी नू अपने वीज़ा ऑफिसर नू कन्विंस करना है कि इस पॉइंट ऑफ टाइम ते मैनू क्यों स्टडी दी लोड़ है तो मैं उत्थे पढ़ के वापस इंडिया आके की करना है। वो प्रॉपर सैट ऑफ क्वेश्चनस का तुसी आंसर देना हुंदा है, जिहदे विच स्टेटमेंट ऑफ पर्पस अगेन बहुत वड्डा रोल प्ले करता है, क्योंकि एज सच वीज़ा ऑफिसर ने तुहाडा इन पर्सन कोई इंटरव्यू नहीं होना। सो जो कंसलटेंट ने तुहाडे बिहाफ ते 12-15 पेजां दा स्टेटमेंट ऑफ पर्पस लिख के दे दिता, उही तुसी हो। ठीक है, उही पढ़ के वीज़ा ऑफिसर ने थानू या तो वीज़ा रिजैक्ट करना है या फिर थानू सिलेक्ट करना है। सो प्रोफाइल नू अपना स्ट्रॉन्ग रखो। ठीक है, प्रोफैशनल गैप वाले नू कोई दिक्कत नहीं हैगी, जिन्ना मर्जी गैप होवे वीज़ा स्टडी वीज़ा आ जाता है। जी डिंपल जी, तुसीं कहा कि साडे एक ਤੁਹਾਡੇ ਜ਼ਰੀਏ ਜਿਹੜਾ ਹੈ 40 ਸਾਲ ਦੇ ਇੱਕ ਨਵੀਨ ਜਿੰਦਲ ਜੀ ਬਾਹਰ ਗਏ ਨੇ, ਕਾਫੀ ਚਿਰ ਤੋਂ PR ਦਾ ਵੇਟ ਕਰ ਰਹੇ ਸੀ। ਹੁਣ ਇੱਥੇ ਬਹੁਤ ਸਾਰੇ ਐਸੇ ਕੇਸਿਸ ਨੇ ਜਿਹੜੀਆਂ ਫੈਮਲੀਜ਼ ਨੇ ਕਾਫੀ ਚਿਰਾਂ ਤੋਂ PR ਅਪਲਾਈ ਕੀਤੀ ਹੋਈ ਸੀ, ਬਟ ਉਹਨਾਂ ਨੂੰ ਸਡਨਲੀ ਲੈਟਰ ਆ ਗਈ ਕਿ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਕੋਈ ਉਹਨਾਂ ਨੂੰ 8-9 ਸਾਲ ਬਾਅਦ ਇਸ ਚੀਜ਼ ਦਾ ਪਤਾ ਚੱਲ ਰਿਹਾ, ਔਰ ਉਹਨਾਂ ਦੇ ਹੁਣ ਕੋਈ ਸੈਕਿੰਡ ਪਲਾਨ ਨਹੀਂ ਹੈ ਕਿ ਹੁਣ ਅਸੀਂ ਅੱਗੇ ਲਾਈਫ ਦੇ ਵਿੱਚ ਕੀ ਕਰੀਏ। ਬਹੁਤ ਸਾਰੇ ਐਸੇ ਕੇਸਿਸ ਨੇ ਜਿਹੜੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ, ਫੈਮਿਲੀ PR ਦੇ ਉੱਪਰ ਜਾਣਾ ਚਾਹੁੰਦੇ ਨੇ। ਉਹ ਮੈਰਿਡ ਪਰਸਨ, ਮੈਰਿਡ ਕਪਲ ਕੀ ਕਰ ਸਕਦੇ ਨੇ? मैरिड कपल विच यही है कि एक जो है आइदर स्पाउस, मतलब आइदर मेल कैंडीडेट या फिर फीमेल कैंडीडेट, दोनों विचों एक ऑप्ट करो स्टडी वीज़ा, तो दूसरे बंदे नूं फिर ओपन वर्क परमिट मिल जाता है, और विच कोई प्रॉब्लम नहीं आती। ठीक है, तो स्टडी वीज़ा वाला अपना बैंड एटलीस्ट 6.5 नॉट लैस दैन 6 रखे। अगर वो भी नहीं हैगा तो 6 ईच का टारगेट करो ही करो, क्योंकि थोड़ी ग्रैजुएशन हो चुकी है या PG हो चुकी है, मास्टर्स इत्थे ही हो चुकी है, तो इन्ने बैंड रीजनेबल ने लैने। ठीक है, अगर आप इस तो भी घटा देंगे तो ऑबवियसली साडे रिजैक्शन के चांसिस फिर उन्हां नाल वध जांदे ने। सो चाहे तुसीं मैरिड हो, चाहे थोड़ा जिन्ने मर्जी साल का गैप है, कोई प्रॉब्लम नहीं हैगी। बस सोल पर्पस यही है कि आपाने यही मैंशन करना है कि क्यों इस एज ते क्यों अपना करियर इत्थे इंडिया विच छड्ड के हुण मैनूं कैनेडा पढ़न दी क्यों लोड़ है। ठीक है, अगर उस क्वेश्चन का तुसीं आंसर दे दिंदे हो या फिर कंसलटेंट तुहाडे बिहाफ ते उन्हां क्वेश्चनस दा सॉलिड तरीके नाल आंसर दे दिंदा आ, तां डेफिनेटली तुहाडा वीज़ा आएगा। ਤੇ ਇਹ ਆਨਸਰ ਜਿਹੜੇ SOP ਦੇ ਰਾਹੀਂ ਕੰਸਲਟੈਂਟ ਵੱਲੋਂ ਦਿੱਤੇ ਜਾਂਦੇ ਆ। ਮਤਲਬ ਜੇ ਆਪਾਂ ਕਹੀਏ ਡਾਇਰੈਕਟ ਕੰਟੈਕਟ ਜਿਹੜਾ ਹੈਗਾ ਉਹ ਇੱਕ ਸਟੂਡੈਂਟ ਦਾ ਤੇ ਐਮਬੈਸੀ ਵਾਲਿਆਂ ਦਾ ਨਹੀਂ ਹੁੰਦਾ। ਮਤਲਬ ਤੁਸੀਂ ਕੰਸਲਟੈਂਟ ਜਿਹੜੇ ਹੋ ਉਹ ਮੀਡੀਓਕਰ ਹੋ ਇੱਕ ਪਰਸਨ ਨੂੰ ਇੰਡੀਆ ਤੋਂ ਵਿਦੇਸ਼ ਸੈਟਲ ਕਰਨ ਦੇ ਵਿੱਚ ਪ੍ਰੋਪਰ ਜਸਟੀਫਿਕੇਸ਼ਨ ਦੇ ਨਾਲ। ਸੋ ਜੇ ਤੁਸੀਂ ਜੇ ਪ੍ਰੋਪਰ ਜਸਟੀਫਿਕੇਸ਼ਨ ਨਾਲ ਆਪਣੇ ਵੀਜ਼ੇ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਸੰਪਰਕ ਕਰ ਸਕਦੇ ਹੋ ਜੀ ਸਪੇਅਰਹੈਡ ਇੰਟਰਨੈਸ਼ਨਲ 3B2 ਮੋਹਾਲੀ ਦੇ ਨਾਲ। ਡਿੰਪਲ ਵਰਮਾ ਜੀ ਤੁਹਾਨੂੰ ਉੱਥੇ ਮਿਲਣਗੇ। ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਕੁਐਰੀ ਹੋਵੇ, ਤੁਹਾਨੂੰ ਉਸ ਦਾ ਆਨਸਰ ਜਿਹੜਾ ਹੈ ਦਿੱਤਾ ਜਾਵੇਗਾ। ਹੁਣ बहुत सारे बच्चे ऐसे भी होंगे ने कि जेडे कहते हैं कन्फ्यूज़ ने, माँ बाप भी कन्फ्यूज़ ने कि बच्चे नूं डिग्री करवाइए कि डिप्लोमा कराइए। तो रिकमेंडेशन की हैगी है कि बच्चे नूं डिग्री ले जाना चाहिए या डिप्लोमे ले जाना चाहिए?
कुछ स्टूडेंट्स का होल पर्पस होंदा है कि असीं पढ़न ही जाना आ, ठीक है, तो अच्छी एजुकेशन सानू मिले दैन दे कैन डेफिनेटली टारगेट डिग्री, क्योंकि डिग्री दे नाल तुहानू तुहाडे उत्थे जिहड़े हैगे ने जॉब दे चांसिस वध जांदे ने, प्रोफाइल ज़्यादा अच्छा हुंदा है, कंपनीज तुहानू पहला प्रायोरिटी देणगीआं जिन्हां ने डिग्री कीती है कंपेयर टू डिप्लोमास, है ना। बट मेजोरिटी ऑफ स्टूडेंट्स ने वो 2 साल दे +2 तो बाद डिप्लोमास लैके जाना चाहते हैं, क्योंकि डिग्री एक्सपेंसिव पैंदी है, ऑन दी अदर हैंड डिप्लोमा काफ़ी अफोर्डेबल रहिंदा आ, ठीक है। सो डिप्लोमा अगर तुहानू है कि 2 साल आपां ने उत्थे पढ़ना है तो उस तो बाद 3 साल का वर्क परमिट मिल जाएगा, तो तुसीं डिप्लोमा टारगेट कर सकते हो। बट रियली तुहानू है कि असीं एजुकेशन विच इन्वेस्ट करना है, कैनेडा जाके डेडिकेटेडली असीं पढ़ना है, ठीक है, तो लॉन्ग टर्म विच आपां ने अपने जो हैगे ने स्टडी के ऑप्शनस होर अच्छे करने ने, जॉब के ऑप्शनस होर अच्छे करने ने, PR विच पॉइंट्स आपां नू वध चाहिए ने, तो फिर तुसीं डिग्री विच जा जे डिप्लोमा पर्सन 2 साल के स्टडी वीजे ते जांदा है तो उस तो बाद उन्होंने 3 साल का वर्क परमिट मिल जाता, तो कि इन्हां 5 सालों के उन्होंने PR के स्कोप कोई उहदे वध जांदे ने या कोई बन जांदे ने स्कोप? 2 साल तो बाद सर्टन प्रोविंसेस ने, सर्टन सिटीज़ ने जिथे जो RNIP के अंडर स्पैशली आंदियां ने, उहदे विच आराम नाल PR थोड़ी हो जाती है। अगर तुसी मेन टोरंटो, वैंकूवर या ब्रैम्पटन वाली साइड की गल करो तो फिर बच्चे 2 साल तो बाद भी अगे कोर्स ऑप्ट करते हैं, ठीक है। सो वर्क एक्सपीरियंस अपना जे तुसी सेम स्ट्रीम विच रखते हो, जिहड़ी स्टडी तुसी कर रहे हो उसे विच तुसी एक्सपीरियंस रखते हो, तो एक्सपीरियंस दे तुहानू एक्स्ट्रा पॉइंट्स मिल जाते हैं, ठीक है। तो वो चीज़ां भी मैटर करदियां ने, स्टेट टू स्टेट, प्रोविंस टू प्रोविंस वो चीज़ां डिफरेंट होंदियां ने PR लई। जिन्नी भी अपनी गलबात हुण तक हुई हो तो मैनूं एक आइडिया मिले कि इफ अगर असी डिवेलपिंग कंट्री दे विच जाने तो साडे लई PR के चांसिस भी वध जांदे ने, साडे लई स्टडी दे विच भी ईजी रहिंदा हैगा और साडा फ्यूचर भी जल्दी उत्थे सिक्योर हो जाता है, बिकॉज वो अपनी उस रीजन नूं जिहड़ा है डिवेलप करना चाहुंदे ने। बट अर्निंग की जे गल करिए, इफ वी विल गो टू अ डिवेलपिंग कंट्री, उत्थे पढ़न जाने, डिवेलपिंग स्टेट दे विच, प्रोविंस दे विच पढ़न जाने आ, कि साडे अर्निंग सोर्स भी उन्ने ही रहणगे कि असी अर्न वधिया कर सकदे उत्थे, बिकॉज एक माइंडसैट बंदा करके जांदा मैं इधरों पढ़न ते जा रहा बट मैं पैसा भी कमाउणा। देखो वो फर्क तो रहिंदा ही है। हुण जिवें आपां इत्थे चंडीगढ़ ते बैंगलोर की गल करिए, सो देयर इज़ डिफरेंट। चंडीगढ़ विच जे तुहानू 30,000 मिल रहा तो खर्चे भी उस हिसाब ने, जे बैंगलोर च तुहानू 60,000 मिल रहा थोड़े एक्सपेंसिव भी वध जांदे ने, ठीक है। सेम गोज़ विद वैंकूवर ते सरी विच अगर अकोमोडेशन की गल करिए तो 1000 कैनेडियन डॉलर विच तुहाडी अकोमोडेशन हो जाती है, बट वही वैंकूवर विच डबल हो जाता रेट। सो चाहे तुसीं घट कमा रहे हो रीजनल एरिया विच, ठीक है, डेवलपमेंट्स हले चल रही ने उत्थे, बट थोड़े खर्चे भी घट ने एंड कॉम्पीटिशन भी घट है, ठीक है। जॉब्स उन्नी ही क्वांटिटी है उत्थे, एम्प्लॉयमेंट रेट काफ़ी अच्छा है कैनेडा का, ठीक है। और जॉब सिक्योरिटी हाँ, जॉब सिक्योरिटी ज़्यादा है क्योंकि कॉम्पीटिशन घट जाता है, ठीक है। तो वो चीज़ भी मैटर करती है, जे अपनी इनकम घट है तो खर्चे भी घट ने, बट टोरंटो वैंकूवर विच क्योंकि वो मेन प्राइम सिटीज़ ने तो उत्थे अपने खर्चे भी ज़्यादा हो जाते हैं जी। तो दर्शकों जिन्हें कि असीं गलबात की है डिंपल जी नाल, उत्थों असीं बहुत सारे कनक्लूजनस विच आउंदे आ कि साडे लई जे बैंड घट ने तो साडी SOP नहीं स्ट्रोंग होनी चाहिए है। तुसीं प्रॉपरली अपनी सारी प्रॉब्लम्स जिहड़ी है वो कंसलटेंट नाल जरूर शेयर करो कि मैं स्टडी दे विच भी वीक हाँ, मेरे बैंड्स भी घट ने, तो मेरे लिए किहड़ा कोर्स वधिया रहेगा, किहड़ा रीजन वधिया रहेगा, शुड आई गो फॉर द डिवेलपिंग सिटी और फॉर द डिवेलप्ड कंट्री या डिवेलप्ड सिटी। ये सारे सवाल ना तुहानूं अपने वीज़ा अप्लाई करन तो पहले ही अपने कंसलटेंट नाल क्लीयर कर लेने चाहिए, ताकि एक प्रॉपर गाइडेंस तुहानूं दे सकन, ताकि जब तुसीं कैनेडा की धरती पर पहुँच जाओ स्टडी वीज़ा लैके तो तुहाडे लई अगे उत्थे सैटल होने लई किसी भी तरह की मुश्किल ना होवे। सो PR का पॉइंट जिहड़ा दर्शकों तुहाडा क्लीयर करता कि जे तुसीं उत्थे जांदे हो, 2 साल पढ़दे हो, 3 साल का तुहानूं वर्क परमिट मिल जाता, उस तो बाद PR के चांसिस भी जिहड़े तुहाडे बन जांदे ने, तुसीं अप्लाई कर सकते हो। तुहाडा इदां ही कोई सवाल होवे, तुसीं जिहड़ा है स्क्रीन के उपर नंबर फ्लैश हो रहा, तुसीं साडे नाल जुड़ सकते हो, अपने एक सवाल का जिहड़ा जवाब जिहड़ा है डिंपल जी तो पा सकते हो। डिंपल जी, बहुत ज़्यादा जे स्टूडेंट्स हर साल लखां की तादाद दे विच विदेश जाते हैं तो बहुत ज़्यादा कंसलटेंट्स भी हैगे ने जिहड़े अपने चंडीगढ़, मोहाली, जलंधर, लुधियाना रीजन की गल करिए तो स्पेयरहेड इंटरनेशनल बाकियों तो किवें अलग है, उहदा टारगेट, उहदा फोकस की रहिंदा है कि जे स्टूडेंट आया है, फिर जिवें तुसीं मैनूं कहा कि साडा मेन पर्पस रहिंदा SOP नूं इन्ना स्ट्रोंग करके भेजीए कि किसी तरीके की भी रिफ्यूजल ना आवे। सो किस तरीके नाल तुहाडी टीम काम करदी है, किहड़े परसपैक्टिव के उपर काम करदी है, जे स्टूडेंट तुहाडे कोल आइल्स करन तो भी पहला आया है तो तुसीं उहनूं किदां गाइड करदे हो? देखो SOP वन ऑफ द फैक्टर है जिहदे बेसिस ते आपां कहने आ कि जो SOP अगर स्ट्रोंग होवे, जो कि बहुत सारे कंसलटेंट्स निगलैक्ट कर देंदे ने SOP की पावर नूं, ठीक है, तो वो वन ऑफ द फैक्टर है। बट उस तो इलावा फाइलिंग ह्यूज रोल प्ले करती है,
ठीक है। चैकलिस्ट जो कैनेडा की कहती है वो मिनिमम डॉक्यूमेंट्स के रिलेटेड है कि बस ये डॉक्यूमेंट सानू मोटा मोटा बच्चे का तो बच्चे के गार्डियंस का चाहिए है, ठीक है। बट जो स्पिरिट की टीम बिलीव करती है कि मैक्सिमम फाइलिंग के किसी भी तरीके नाल बच्चे का प्रोफाइल स्ट्रोंग हो सके, ठीक है। उन्हें 6 महीने जॉब की है, साल कितने जॉब की है, वो ITRs बच्चे के फिल होन, उन्होंने पेरेंट्स के ITRs फिल होन, ठीक है, ताकि बच्चे का प्रोफाइल स्ट्रोंग हो। कोई वॉलंटरीली तुसीं काम किया है किसी संस्था के नाल, वो चीज़ शो करिए आपां, ते जिस कोर्स नूं आपां लै रहे हैं उहदे विच बच्चा स्पैशली मतलब पैशनेट है, वो चीज़ आपां दिखा सकीए, ठीक है। तो फिर जिहड़े हैगे ने रिजैक्शन के चांसिस अपने 0 हो जाते हैं, तो वीज़ा के चांसिस अपने 100% के नियर अबाउट हो जाते हैं, ठीक है। सो जिद्दां भी हो सके आपां बच्चे के प्रोफाइल ते फोकस करते हैं। ये नहीं हैगा कि लूप होल्स दे नाल गलत डॉक्यूमेंटेशन दे नाल डॉक्यूमेंट्स को मैनिपुलेट करके आपां ने फाइल लगाती, वो चीज़ 'च असीं बिलीव नहीं करते। वधिया डॉक्यूमेंटेशन करो, स्टेटमेंट ऑफ पर्पस नूं सॉलिड रखो, बच्चे का पैशन दिखे कैनेडा नूं कि क्यों पढ़न लई बच्चा आ रहा है, ठीक है, क्योंकि उहदे दे बेसिस ते ही वीज़ा ऑफिसर ने डिसीजन लेना है जी। तो वो चीज़ ते वर्क करते हैं। एंड कोर्स रेलेवेंसी बहुत ज़्यादा मैटर करती है। हाई रैंक वाले जिहड़े कोर्सेज ने, टॉप कॉलेजेस ने, वो लिस्ट प्रॉपर बच्चों नूं दित्ती जाती है कि ये वाले जिहड़े कोर्सेज ने, ये वाले जिहड़े कॉलेजेस ने तुसीं टारगेट कर सकते हो, ठीक है। इंस्टैड तुसीं अपने बराबर दे रैंक ते जाओ या पुअर रैंक वाले कॉलेज में जाओ या गलत लोकेशन ते चले जाओ जाके जिथे जॉब नहीं मिल रही, ठीक है, होर दिक्कत आ रही ने, ट्रांसपोर्टेशन सिस्टम नहीं हैगा। तो हर कोर्स दी, हर कॉलेज दी, हर लोकेशन दी की पर्क्स ने, की प्रॉज एंड कॉन्स ने, वो सारा वे आउट करके बच्चे नूं लिस्ट दी जाती है। उन्हां नाल बैठ के असीं डिस्कशन करते हैं जी प्रॉपर। सो सैल नहीं करते असी कुछ कि इत्थे ही साडा टाइप है जी, इत्थे ही तुसी जाओ, यही कॉलेजेस विच थोड़ा होगा। जो बहुत सारे कंसलटेंट्स की टेंडेंसी रही है कि इत्थे सानू मोटा कमीशन मिलना है, आप इधर वाले कॉलेजेस विच ही भेजना है, प्राइवेट कॉलेज ही बच्चे नूं भेजना है। असी सैलिंग विच बिलीव नहीं करते, असी कंसल्टिंग विच बिलीव करते हैं। सो हर चीज़ की प्रॉज एंड कॉन्स बच्चे नूं दस्सिया जांदा, बेनीफिट दस्सिया जांदा है, ठीक है, ताकि बच्चा खुद डिसीजन ले सके। जे आप अखा बंद करके सारा कुछ कंसलटेंट ते छड्ड दिंदे आ कि असीं तां जी कनेडा पहुंचना है, जिद्दां मर्जी पहुंचा दो, जिहड़ा मर्जी कोर्स होवे, ठीक है, तो उत्थे धोखा खाण वाली गल हुंदी है। बहुत सारे स्टूडेंट्स आते हैं मेरे को रिजेक्शन लैके, बहुत बेवकूफियां की होंदियां ने फाइलिंग दे विच, और बच्चे नूं कुछ नहीं पता होंदा उहदी SOP च की लिखिया है, उहदे डॉक्यूमेंटेशन की लगे ने, ठीक है, तो उत्थे धोखा खांदा है बच्चा। बट अगर तुसीं खुद अवेयर होवो, R&D कीती होवे कि जिथे मैनूं कंसलटेंट भेजदा पिया आ वो किहड़ी जगह आ, किहड़ा कॉलेज है, कित्थे जा रहा मैं, कल नूं मेरा की फ्यूचर होगा, वो चीज़ां तुसीं डिस्कस करो, ठीक है, तसल्ली नाल बैठ के। एंड स्टेटमेंट ऑफ पर्पस अपना खुद पढ़ो कि मेरे बिहाफ ते एम्बेसी नूं लिखिया की जा रहा है, तो कल नूं रिजेक्शन नहीं आऊगी जे तुसी खुद अवेयर हो। अगर स्टूडेंट्स खुद अवेयर होन, ठीक है, वो बस ज़्यादा हाई ब्रांड्स देख लैणगे, नाम बड़े दर्शन छोटे, ठीक है, वो चीज़ां देख लैंदे ने, ठीक है, या फिर रिव्यूज़ ऑनलाइन पढ़ ले 2-4 तो फलाने ने मैनू रैफरेंस दिता, ढमकाने ने रैफरेंस दिता, इत्थे वीज़ा आ जाऊगा, ठीक है, इत्थे इन्होंने पैकेज सिस्टम करता, यदा वीज़ा आ गया, ठीक है। अर्ली चाइल्डहुड विच मुंडे अपलाई कर देंगे ने, जबकि अर्ली चाइल्डहुड मुंडे वाली कोर्स ही नहीं हैगा। जो तुसी वो चीज़ां गलतियां करोगे, ठीक है, 100 विचों अर्ली चाइल्डहुड विच किसी मुंडे ने अपलाई करता, एक दा वीज़ा आ गया, पर उन्होंने देख के 5 ਉਹਦੇ दोस्त होर कह देंगे ने मैडिकल लाइन च नहीं मैं जाना, मैं तो इधर अर्ली चाइल्डहुड च जाना है, ठीक है, तो उत्थे प्रोफाइल खराब हो जाता है। तुसी कोर्स बारे देखो कि कोर्स का सिलेबस देखो कि उहदे अंदर की है, तुहानूं सबजैक्ट्स की मिलते पे ने, वो रैलेवेंट हैगे ने कि नहीं हैगे। तो बच्चे नूं अज दी डेट विच बहुत ज़्यादा ਇਹਦੇ ਵਿੱਚ इंडल्ज होने की जरूरत है, क्योंकि पेरेंट्स इन्ना इंटरफेयर नहीं करते। बच्चे जगह जगह घूमते हैं, साढ़े कोल स्टूडेंट्स आते हैं, ठीक है, नाल पेरेंट्स नहीं आते उन्होंने, ठीक है। सो बच्चे बस देख के थोड़ा बहुत कि हाँ कंसलटेंट किद्दां दा नहीं, खुद ही जजमेंट करते हैं, वो डिटेल विच डेप्थ विच नहीं जाते कि सानूं मिल की रहा है। बट समहाउ मैनूं लगता है कि अज फिर भी किते ना किते हुण बच्चे अवेयर होना शुरू हो गए ने, बिकॉज तुसीं जद कंसलटेंट्स सोच के आते हो गाइड करने लई कि बच्चों नूं किसी TV के माध्यम के नाल बच्चों नूं गाइड करना ना, किते ना किते अवेयर ने। अज हर जिहड़ा भी बच्चा +2 कर रहे ने उन्होंने पता है कि जे मैं कैनेडा पढ़न जाना ना तो मैनूं इन्ने बैंड चाहिए ने। मैं एक जिहड़ा सवाल ये सारी जिहड़ी जोड़िया है इस पूछना चाहुंदी हाँ कि जब एक बच्चे ने माइंड बना लिया कि मैं कैनेडा जाना, कि बच्चे नूं आइल्स करके बैंड लैके कंसलटेंट कोल जाना चाहिए, या फिर जब उन्हें सोचा कि मैं विदेश जाना पहला कंसलटेंट कोल जाए, उहदे कोल अपनी काउंसलिंग कराए, फिर आइल्स करे, तुसीं की सुझाव देंदे हो? आइलट्स तो बगैर भी होर तरीके होंदे ने, ठीक है। आइलट्स करना जरूरी है, आइलट्स दे बेस ते ही एम्बेसी ने थानू फाइल लॉजिंग के टाइम एम्बेसी ने आइल्स ही देखनी है, थोड़ी आइल्स का बैंड स्कोर बहुत ज़्यादा मायने रखता है। बट पैलरली आइल्स
ਵੀ ਤੁਸੀਂ ਕਰ ਸਕਦੇ ਹੋ, ਤੇ ਨਾਲ ਕੰਡੀਸ਼ਨਲ ਆਫਰ ਲੈਟਰਸ ਨੇ, ਤੁਸੀਂ ਹੁਣ ਵੀ ਅੱਜ ਵੀ ਅਪਲਾਈ ਕਰ ਸਕਦੇ ਹੋ। ਇਫ ਯੂ ਵਾਂਟ ਸੈਪਟੈਂਬਰ ਇਨਟੇਕ, ਜਨਵਰੀ ਇਨਟੇਕ, ਤੁਸੀਂ ਬਿਨਾਂ ਆਇਲਸ ਦੇ ਅੱਜ ਵੀ ਅਪਲਾਈ ਕਰ ਸਕਦੇ ਹੋ। ਮਤਲਬ ਇਹਦਾ ਮਤਲਬ ਇਹੀ ਹੈ ਕਿ ਜੇ ਤੁਸੀਂ ਪਹਿਲਾਂ ਕੰਸਲਟੈਂਟ ਨੂੰ ਤੁਸੀਂ ਕੰਸਲਟ ਕਰ ਲਿਆ, ਪੁੱਛ ਲਿਆ ਕਿ ਬਈ ਮੈਂ ਆਇਲਸ ਤੋਂ ਬਗੈਰ ਜਾ ਸਕਦਾ ਹਾਂ ਕਿ ਨਹੀਂ ਜਾ ਸਕਦਾ, ਤਾਂ ਤੁਹਾਨੂੰ ਵੇ ਆਊਟ ਮਿਲ ਜੂਗਾ। ਬਟ ਤੁਹਾਡੇ ਕੋਲ ਲਿਮਿਟਡ ਨੌਲੇਜ ਹੈ, ਤੁਸੀਂ ਉਸ ਨੌਲੇਜ ਦੇ ਅਕੋਰਡਿੰਗਲੀ ਆਪਣਾ ਟਾਈਮ ਵੇਸਟ ਕਰਦੇ ਜਾਂਦੇ ਹੋ। ਹੁਣ ਆਇਲਸ ਨੂੰ 2-2.5 ਮਹੀਨੇ ਲੱਗ ਗਏ, 4 ਮਹੀਨੇ ਲੱਗ ਗਏ, 5 ਮਹੀਨੇ ਆ ਗਏ, ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਹੁਣ ਜਨਵਰੀ ਇਨਟੇਕ 'ਚ ਜਾਣਾ ਹੈ, ਮੈਂ ਸੈਪਟੈਂਬਰ ਇਨਟੇਕ 'ਚ ਜਾਣਾ, ਪਰ ਟਾਈਮ ਓਵਰ ਹੋ ਚੁੱਕਾ ਆ। ਕਿਉਂਕਿ ਸੈਪਟੈਂਬਰ ਲਈ ਫੋਰ ਐਗਜ਼ਾਮਪਲ ਜੋ ਐਮਬੈਸੀ ਨੇ ਡੇਟ ਦਿੱਤੀ ਸੀਗੀ, ਫਾਈਲ ਲੌਂਚ ਤੁਹਾਡੀ 15th ਆਫ ਮਈ ਤੱਕ ਅਗਰ ਹੋ ਚੁੱਕੀ ਹੈ, ਤਾਂ ਐਮਬੈਸੀ ਨੇ ਕਿਹਾ ਸੀ 6 ਅਗਸਤ ਤੱਕ ਰਿਜ਼ਲਟ ਆ ਜਾਊਗਾ। ਠੀਕ ਹੈ, ਅੱਜ ਵੀ ਸਾਡੇ ਕੋਲ ਕਾਲਸ ਆਉਂਦੇ ਨੇ ਸਟੂਡੈਂਟਸ ਦੇ, ਉਹ ਕਹਿੰਦੇ ਨੇ ਕਿ ਸੈਪਟੈਂਬਰ ਇਨਟੇਕ ਅਸੀਂ ਹੁਣ ਕਰਨਾ, ਪਰ ਸਾਡੀ ਆਇਲਸ ਨਹੀਂ ਹੋਈ। ਉਹ ਚੀਜ਼ ਪੋਸੀਬਲ ਹੀ ਨਹੀਂ ਹੈਗੀ, ਕਿਉਂਕਿ ਪ੍ਰੋਸੈਸਿੰਗ ਟਾਈਮ ਐਮਬੈਸੀ ਦੀ ਫਾਈਲਿੰਗ ਦਾ ਹੁਣ ਵੱਧ ਚੁੱਕਾ ਆ। ਬੱਚਿਆਂ ਦੇ 3-3 ਦਿਨਾਂ ਵਿੱਚ, ਹਫਤੇ ਦੇ ਵਿੱਚ, 15 ਦਿਨ ਦੇ ਵਿੱਚ ਵੀ ਰਿਜ਼ਲਟ ਆ ਜਾਂਦਾ ਸੀ ਐਮਬੈਸੀ ਤੋਂ ਕਿ ਵੀਜ਼ਾ ਤੁਹਾਡਾ ਅਪਰੂਵਡ ਹੈ ਜਾਂ ਰਿਜੈਕਟਡ ਹੈ। ਹੁਣ ਐਮਬੈਸੀ ਨੇ ਆਫੀਸ਼ੀਅਲੀ ਟਾਈਮ ਜੋ ਕਰਤਾ ਹੈ ਉਹ 3.5 ਤੋਂ 4 ਮਹੀਨੇ ਦਾ ਕਰਤਾ ਆ। ਸੋ ਜਦ ਐਮਬੈਸੀ ਇੰਨਾ ਟਾਈਮ ਲੈ ਰਹੀ ਹੈ ਤਾਂ ਇਹ ਪ੍ਰਾਈਮ ਟਾਈਮ ਹੈ ਤੁਹਾਡੇ ਲਈ ਕਿ ਤੁਸੀਂ ਆਪਣੀ ਜੋ ਪ੍ਰੋਸੈਸਿੰਗ ਹੈ ਅੱਜ ਤੋਂ ਹੀ ਸ਼ੁਰੂ ਕਰੋ, ਕਾਲਜਸ ਨੂੰ ਅੱਜ ਤੋਂ ਹੀ ਅਪਰੋਚ ਕਰੋ, ਬਿਨਾਂ ਆਇਲਸ ਦੇ ਅਪਰੋਚ ਕਰੋ, ਬਿਨਾਂ +2 ਦੇ ਅਪਰੋਚ ਕਰੋ। ਠੀਕ ਹੈ, +2 ਦਾ ਰਿਜ਼ਲਟ ਹਲੇ ਅਵੇਟਡ ਹੈ ਤਾਂ ਵੀ ਤੁਸੀਂ ਅਪਰੋਚ ਕਰ ਸਕਦੇ ਹੋ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਆਪਾਂ ਜਦ ਲਿਮਿਟਡ ਰੱਖਦੇ ਹਾਂ ਨੌਲੇਜ, ਤੇ ਆਪਾਂ ਖੁਦ ਹੀ ਸੋਚਦੇ ਰਹਿੰਦੇ ਹਾਂ ਕਿ ਆਇਲਸ ਤੋਂ ਬਗੈਰ ਤਾਂ ਕੁਛ ਹੋਣਾ ਹੀ ਨਹੀਂ ਹੈਗਾ, ਮੈਂ ਘਰੇ ਬੈਠ ਕੇ ਆਇਲਸ ਦੀ ਤਿਆਰੀ ਕਰ ਲੈਣਾ ਹੈ, ਮੇਰੇ ਕੋਲ ਮਟੀਰੀਅਲ ਆਨਲਾਈਨ ਪਿਆ ਆ। ਉਹ ਚੀਜ਼ ਦਿੱਕਤ ਕਰਦੀ ਹੈ ਕਿਉਂਕਿ ਆਨਲਾਈਨ ਮਟੀਰੀਅਲ ਆਇਲਸ ਦੇ ਲੈਵਲ ਦਾ ਨਹੀਂ ਹੁੰਦਾ। ਤੁਸੀਂ ਕਿਸੇ ਇੰਸਟੀਟਿਊਟ ਨੂੰ ਜਾਂ ਕਿਸੇ ਕੰਸਲਟੈਂਟ ਨੂੰ ਅਪਰੋਚ ਨਹੀਂ ਕੀਤਾ ਤਾਂ ਤੁਸੀਂ ਘਰੇ ਬੈਠੇ ਆਪਣਾ ਟਾਈਮ ਵੇਸਟ ਹੀ ਕਰ ਲਿਆ। ਸਪੈਸ਼ਲੀ ਲੋਕਡਾਊਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਬੱਚੇ ਲੋਕਡਾਊਨ ਦੇ ਵਿੱਚ ਕਿਤੇ ਜਾ ਨਹੀਂ ਪਾ ਰਹੇ, ਉਹ ਫਸੇ ਹੋਏ ਨੇ ਘਰੇ ਐਂਡ ਅਜ਼ਿਊਮ ਕਰ ਰਹੇ ਨੇ ਕਿ ਚੀਜ਼ਾਂ ਉਹਨਾਂ ਦੇ ਅਕੋਰਡਿੰਗਲੀ ਹੋਣਗੀਆਂ, ਕਿ ਕੈਨੇਡਾ ਤਾਂ ਲੈ ਕੇ ਬੈਠਾ ਆ, ਕਾਲਜਸ ਸਾਰੇ ਓਪਨ ਹੀ ਰਹਿਣਗੇ। ਠੀਕ ਹੈ, ਬਟ ਇਟਸ ਨਾਟ ਦੀ ਪ੍ਰੋਸੈਸ ਵਿਚ ਇਜ਼ ਗੋਇੰਗ ਔਨ ਐਕਚੁਅਲ ਇਨ ਦ ਮਾਰਕੀਟ। ਤੁਹਾਨੂੰ 6 ਮਹੀਨੇ ਐਟਲੀਸਟ ਪਹਿਲਾਂ ਪਲਾਨ ਕਰਨਾ ਪਏਗਾ। ਹੁਣ ਪਹਿਲਾਂ 2 ਮਹੀਨੇ ਪਹਿਲਾਂ ਬੱਚਾ ਸੋਚਦਾ ਸੀਗਾ ਕਿ 2 ਮਹੀਨੇ ਪਹਿਲਾਂ ਜੀ ਮੈਂ ਕੈਨੇਡਾ ਜਾਣਾ, ਆਇਲਸ ਸਕੋਰ ਆ ਗਿਆ ਮੇਰਾ, ਫਾਈਲ ਲੌਂਚ ਕਰੋ, 1 ਮਹੀਨੇ ਲੱਗੂਗਾ ਫਾਈਲ ਲੌਂਚਿੰਗ ਨੂੰ ਤੇ ਮੇਰਾ ਜੀ ਅਪਰੂਵਲ ਆ ਜਾਊਗਾ ਐਮਬੈਸੀ ਤੋਂ। ਬਟ ਹੁਣ ਤੁਹਾਨੂੰ 6 ਮਹੀਨੇ ਪਹਿਲਾਂ ਪਲਾਨ ਕਰਨਾ ਪਊਗਾ ਕਿ ਮੈਂ ਹੁਣ ਕਿਹੜਾ ਇਨਟੇਕ ਲਵਾਂ ਤੇ ਕਿਹੜੇ ਕੋਰਸ ਲਵਾਂ, ਕਿਉਂਕਿ ਇਹ ਵੀ ਫੈਕਟਰ ਹੈ ਕਿਉਂਕਿ ਇਸ ਵਕਤ ਆਸਟ੍ਰੇਲੀਆ ਬੰਦ ਹੈ, ਨਿਊਜ਼ੀਲੈਂਡ ਬੰਦ ਹੈ, ਇਸ ਲਈ ਕੈਨੇਡਾ ਦੇ ਕਾਲਜਸ ਲਈ, ਯੂਨੀਵਰਸਿਟੀਜ਼ ਲਈ ਬਹੁਤ ਜ਼ਿਆਦਾ ਰਸ਼ ਵੱਧ ਗਿਆ ਆ। ਠੀਕ ਹੈ, ਸੋ ਜੋ ਬੱਚੇ ਉੱਧਰ ਜਾ ਰਹੇ ਸੀਗੇ ਉਹ ਸਾਰੇ ਹੁਣ ਕੈਨੇਡਾ ਵੱਲ ਸ਼ਿਫਟ ਨੇ। ਸੋ ਅਗਰ ਇਸ ਵਕਤ ਕੈਨੇਡਾ ਦੇ ਕਾਲਜਸ ਆਪਸ਼ਨਸ ਦੇ ਰਹੇ ਨੇ, ਫਲੈਕਸੀਬਿਲਿਟੀ ਦੇ ਰਹੇ ਨੇ, ਤਾਂ ਜੋ ਨਿਊਜ਼ੀਲੈਂਡ ਜਾਣ ਵਾਲੇ ਬੱਚੇ ਸੀ, ਆਸਟ੍ਰੇਲੀਆ ਜਾਣ ਵਾਲੇ ਬੱਚੇ ਸੀ, ਉਹ ਵੀ ਅਪਰੋਚ ਕਰ ਰਹੇ ਨੇ। ਸੋ ਸੀਟਸ ਵੀ ਬਹੁਤ ਜਲਦੀ ਭਰ ਰਹੀਆਂ ਨੇ। ਜੇ ਆਪਾਂ ਘਰੇ ਬੈਠੇ ਰਵਾਂਗੇ, ਜਨਵਰੀ ਇਨਟੇਕ ਚੱਲ ਰਿਹਾ ਹੈ ਤੇ ਆਪਾਂ ਸੈਪਟੈਂਬਰ ਵਿੱਚ ਜਾਗਾਂਗੇ ਚਲੋ ਮੈਂ ਹੁਣ ਆਇਲਸ ਕਰ ਲਾਂਗਾ, ਠੀਕ ਹੈ, ਤਾਂ ਜਨਵਰੀ ਇਨਟੇਕ ਵੀ ਪੋਸੀਬਲ ਨਹੀਂ ਹੋਣਾ ਜੀ। ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ। ਮੇਰਾ ਜਾਂਦੇ ਜਾਂਦੇ ਇੱਕ ਸਵਾਲ ਹੈ ਤੁਹਾਡੇ ਤੋਂ ਕਿ ਜਿਹੜੇ ਬੱਚਿਆਂ ਦਾ ਰਿਫਿਊਜ਼ਲ ਆਇਆ ਹੁਣੇ, ਉਹ ਬੱਚੇ ਹੁਣ ਮੁੜ ਕੇ ਜਿਹੜੇ ਕੈਨੇਡਾ ਲਈ ਅਪਲਾਈ ਕਰ ਸਕਦੇ ਨੇ, ਕਿ ਉਹਨਾਂ ਨੂੰ ਕੋਈ ਦਿੱਕਤ ਆਊਗੀ ਜਾਂ ਫਿਰ ਉਹਨਾਂ ਲਈ ਸਮੂਥਲੀ ਹੀ ਸਭ ਕੁਝ ਠੀਕ ਹੋ ਜਾਏਗਾ? ਆਪਾਂ ਨੂੰ ਬਿਮਾਰੀ ਜਦ ਕੋਈ ਹੈ ਤਾਂ ਉਹਦੇ ਲਈ ਡਾਕਟਰ ਕੀ ਕਹਿੰਦਾ, ਪਹਿਲਾਂ ਟੈਸਟਿੰਗ ਕਰਵਾਓ, ਟੈਸਟ ਕਰਾਓ ਕਿ ਇਹ ਦਿੱਕਤ ਕਿਉਂ ਆ ਰਹੀ ਹੈ, ਕਿਉਂ ਬਿਮਾਰੀ ਇਹ ਬਣ ਰਹੀ ਹੈ ਤੁਹਾਡੀ। ਇਸੇ ਲਈ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ ਉਹਦਾ ਰੀਜ਼ਨ ਪਹਿਲਾਂ ਪਤਾ ਕਰਨਾ ਪਏਗਾ ਕਿ ਉਸ ਰਿਫਿਊਜ਼ਲ ਦਾ ਰੀਜ਼ਨ ਕੀ ਹੈ। ਸੋ ਉਹਦੇ ਲਈ ਕੇਪਸ ਨੋਟ ਹੁੰਦੇ ਨੇ, ਕੇਪਸ ਨੋਟ ਅਪਲਾਈ ਕਰਨੇ ਪੈਣਗੇ। ਪਹਿਲਾਂ ਐਕਚੁਅਲ 'ਚ ਰੀਜ਼ਨ ਸਮਝੀਏ ਕਿ ਆਪਾਂ ਨੂੰ ਐਮਬੈਸੀ ਨੇ ਰਿਜੈਕਟ ਕਿਉਂ ਕੀਤਾ ਆ, ਕਿਉਂ ਸਾਡਾ ਵੀਜ਼ਾ ਰਿਜੈਕਟ ਹੋ ਗਿਆ। ਜੇ ਆਪਾਂ ਨੇ ਰੀਜ਼ਨ ਸਮਝ ਲਿਆ ਤਾਂ ਅੱਧੀ ਬਿਮਾਰੀ ਦੂਰ ਹੈ, ਸਹੀ ਦਵਾ ਲੈ ਲਾਂਗੇ ਆਪਾਂ। ਠੀਕ ਹੈ, ਸੋ ਇਸੇ ਲਈ ਪਹਿਲਾਂ ਕੇਪਸ ਨੋਟ ਅਪਲਾਈ ਕਰੋ, ਆਪਣਾ ਰਿਫਿਊਜ਼ਲ ਦਾ ਰੀਜ਼ਨ ਸਮਝੋ, ਕੰਸਲਟੈਂਟ ਨੂੰ ਤੋਂ ਐਡਵਾਈਸ ਲਓ ਕਿ ਮੈਂ ਕੀ ਅੱਗੇ ਕਰਾਂ, ਕਿਉਂਕਿ ਕੇਪਸ ਨੋਟ ਆਉਣ ਵਿੱਚ ਵੀ 1-1.5 ਮਹੀਨਾ 2 ਮਹੀਨੇ ਲੱਗ ਜਾਂਦੇ ਨੇ। ਤਾਂ ਉਹ ਚੀਜ਼ ਸਮਝ ਕੇ ਫਿਰ ਆਪਾਂ ਅੱਗੇ ਪ੍ਰੋਸੀਡ ਕਰ ਸਕਦੇ ਹਾਂ। ਸੋ ਜਿਹਦੀ ਵੀ ਰਿਫਿਊਜ਼ਲ ਹੈ ਕੋਈ ਦਿੱਕਤ ਨਹੀਂ ਹੈਗੀ, ਆਰਾਮ ਨਾਲ ਨੈਕਸਟ ਇਨਟੇਕ ਦਾ ਵੀਜ਼ਾ ਆ ਜਾਂਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਡਿੰਪਲ ਜੀ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦੇਣ ਲਈ। ਔਰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਸੀਗੀ, ਬਿਕਾਜ਼ ਬਹੁਤ ਜ਼ਿਆਦਾ ਸਟੂਡੈਂਟਸ ਜਿਹੜੇ ਹੁਣ ਲਾਈਨ ਦੇ ਵਿੱਚ ਲੱਗੇ ਨੇ ਕਿ ਹਾਂ ਕੈਨੇਡਾ ਜਾਣਾ, ਕਿੱਦਾਂ ਜਾਣਾ, ਬਹੁਤ ਸਾਰੇ ਸਵਾਲ ਸੀਗੇ। ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਸਪੇਅਰਹੈਡ ਇੰਟਰਨੈਸ਼ਨਲ 3B2 ਮੋਹਾਲੀ ਵਿਜ਼ਿਟ ਕਰ ਸਕਦੇ ਹੋ ਜਾਂ ਡਿੰਪਲ ਜੀ ਨਾਲ ਟੈਲੀਫੋਨਿਕ ਕੰਸਲਟੈਂਸੀ ਦੇ ਥਰੂ ਜੁੜ ਸਕਦੇ ਹੋ। ਜਲਦੀ ਮੇਰੀ ਤੇ ਤੁਹਾਡੀ ਮੁਲਾਕਾਤ ਹੋਵੇਗੀ। ਅੱਜ ਲਈ ਇੰਨਾ ਹੀ, ਨਮਸਕਾਰ। ਹੁਣ ਵਿਦੇਸ਼ ਜਾਣ ਦਾ ਸੁਪਨਾ ਹੋਏਗਾ ਸੱਚ। ਫਾਈਲ ਲਗਾਉਣ ਤੋਂ ਲੈ ਕੇ ਵੀਜ਼ਾ ਲਗਵਾਉਣ ਤੱਕ ਦੀ ਪ੍ਰੋਪਰ ਗਾਈਡੈਂਸ। ਸਰਟੀਫਾਈਡ ਤੇ ਰਜਿਸਟਰਡ ਇਮੀਗ੍ਰੇਸ਼ਨ ਐਕਸਪਰਟਸ ਕਰਨਗੇ ਤੁਹਾਡੀ ਮਦਦ। ਬਸ ਘਰ ਬੈਠ ਕੇ ਇੱਕ ਫੋਨ ਕਾਲ ਤੇ ਪਾਓ ਪੂਰੀ ਗਾਈਡੈਂਸ। ਅਸੀਂ ਸ਼ੁਰੂ ਕਰ ਰਹੇ ਹਾਂ ਤੁਹਾਡੇ ਲਈ ਵੀਜ਼ਾ ਹੈਲਪਲਾਈਨ। 11 ਦਸੰਬਰ ਤੋਂ ਦੇਖਣਾ ਨਾ ਭੁੱਲਣਾ ਵੀਜ਼ਾ ਹੈਲਪਲਾਈਨ, ਹਰ ਰੋਜ਼ ਸਵੇਰੇ 9:30 ਵਜੇ ਤੇ ਸ਼ਾਮ 4 ਵਜੇ, ਸਿਰਫ ਚੈਨਲ ਭਾਗਯ ਤੇ।